ਯਾਰ ਦੋਸਤੋ 1947 ਦੇ ਵਿੱਚ ਪਾਕਿਸਤਾਨ ਤੇ ਇੰਡੀਆ ਦੋਵੇਂ ਇਕੱਠੇ ਆਜ਼ਾਦ ਹੋਏ ਸੀ। ਸਿਰਫ ਇੱਕ ਦਿਨ ਦਾ ਵਕਫਾ ਸੀ। ਪਾਕਿਸਤਾਨ ਜਿਹੜਾ 14 ਅਗਸਤ ਨੂੰ ਬਣਿਆ ਸੀ, ਇੰਡੀਆ ਜਿਹੜਾ ਸੀ ਉਹ 15 ਅਗਸਤ ਨੂੰ ਬਣਿਆ ਸੀ। ਲੇਕਿਨ ਯਾਰ ਆਪਾਂ ਅੱਜ 2024 ਦੇ ਵਿੱਚ ਵੇਖਦੇ ਹਾਂ, ਇੰਡੀਆ ਪਾਕਿਸਤਾਨ ਤੋਂ ਬਹੁਤ ਜ਼ਿਆਦਾ ਅੱਗੇ ਨਿਕਲ ਗਿਆ ਵਾ। ਇੰਡੀਆ ਦੀ ਜਿਹੜੀ ਮੈਸ਼ੀਅਤ ਆ ਉਹ ਪਾਕਿਸਤਾਨ ਤੋਂ ਕਦਰੇ ਮਜ਼ਬੂਤ ਵਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਾਕਿਸਤਾਨ ਦਾ 1 ਰੁਪਈਆ ਤੇ ਇੰਡੀਆ ਦੇ 3 ਰੁਪਏ ਬਣਦੇ ਆ। 1960 ਦੀ ਦਹਾਈ ਦੇ ਵਿੱਚ ਪਾਕਿਸਤਾਨ ਬੜੀ ਤੇਜ਼ੀ ਦੇ ਨਾਲ ਤਰੱਕੀ ਕਰਦਾ ਪਿਆ ਸੀ, ਲੇਕਿਨ 1971 ਦੀ ਜਿਹੜੀ ਜੰਗ ਹੋਈ ਹੈ ਨਾ, ਉਹਦੇ ਵਿੱਚ ਆਪਾਂ ਅੱਧਾ ਆਪਣਾ ਪਾਕਿਸਤਾਨ ਖੋ ਬੈਠੇ ਸੀ। ਬੰਗਲਾਦੇਸ਼ ਜਿਹਨੂੰ ਅੱਜ ਆਪਾਂ ਕਹਿੰਦੇ ਆ, ਉਹਦੀ ਵਜ੍ਹਾ ਤੋਂ ਪਾਕਿਸਤਾਨ ਪਿੱਛੇ ਤੋਂ ਪਿੱਛੇ ਜਾਂਦਾ ਰਿਹਾ। ਪਾਕਿਸਤਾਨ ਹੁਣ 2024 ਆ ਗਿਆ ਵਾ, ਹਜੇ ਤੱਕ ਨਹੀਂ ਸੰਭਲਿਆ। ਕੁਝ ਵਜੂਹਾਤ ਇਹ ਵੀ ਆ ਕਿ ਇੰਡੀਆ ਨੂੰ ਜਦੋਂ ਆਜ਼ਾਦੀ ਮਿਲੀ ਸੀ, ਇੰਡੀਆ ਦੇ ਹਿੱਸੇ ਦੇ ਵਿੱਚ ਜ਼ਿਆਦਾ ਰਕਬਾ ਆਇਆ ਸੀ, ਇੰਡੀਆ ਦੇ ਹਿੱਸੇ 'ਚ ਜ਼ਿਆਦਾ ਫੈਕਟਰੀਆਂ ਆਈਆਂ ਸੀ, ਲੇਕਿਨ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਜ਼ਿਆਦਾ ਫੈਕਟਰੀਆਂ ਨਹੀਂ ਆਈਆਂ ਸੀ। ਕੁਝ ਇਹ ਵੀ ਗੱਲ ਹੋ ਸਕਦੀ ਆ, ਕੁਝ ਇਹ ਵੀ ਹੋ ਸਕਦਾ ਵਾ ਕਿ ਪਾਕਿਸਤਾਨ ਦੀ ਜਿਹੜੀ ਹਕੂਮਤ ਸੀ ਉਹ ਸਹੀ ਤਰ੍ਹਾਂ ਚੱਲ ਨਹੀਂ ਸਕੀ ਸੀ। ਕੋਈ ਇੱਕ ਆ ਜਾਂਦਾ ਸੀ, ਫਿਰ ਦੂਸਰਾ ਆ ਜਾਂਦਾ ਸੀ। ਤੁਸੀਂ ਇੱਥੋਂ ਵੇਖ ਲਓ ਕਿ 1970 ਦੇ ਵਿੱਚ ਪਾਕਿਸਤਾਨ ਦੇ ਪਹਿਲੇ ਆਮ ਇੰਤਖਾਬਾਤ ਹੋਏ ਸੀ। ਜਦੋਂ ਉਹ ਵੀ ਹੋਏ ਤੇ ਉਹਦੇ ਵਿੱਚ ਵੀ ਰੌਲਾ ਬਣ ਗਿਆ। ਮੁਜੀਬੁਰ ਰਹਿਮਾਨ ਜਿੱਤ ਗਏ ਬੰਗਲਾਦੇਸ਼ 'ਚੋਂ। ਉਦੋਂ ਬੰਗਲਾਦੇਸ਼ ਨੂੰ ਮਸ਼ਰਕੀ ਪਾਕਿਸਤਾਨ ਕਹਿੰਦੇ ਸੀ। ਇਹ ਜਿਸ ਪਾਕਿਸਤਾਨ ਦੇ ਵਿੱਚ ਆਪਾਂ ਵਾਂ, ਇਹਨੂੰ ਮਗਰਬੀ ਪਾਕਿਸਤਾਨ ਕਹਿੰਦੇ ਸੀ। ਇੱਥੋਂ ਜਿਹੜੇ ਸੀ ਜ਼ੁਲਫਕਾਰ ਅਲੀ ਭੁੱਟੋ ਜਿੱਤ ਗਏ ਸੀ, ਲੇਕਿਨ ਮੈਜੋਰਟੀ ਸੀਟਾਂ ਮੁਜੀਬੁਰ ਰਹਿਮਾਨ ਨੇ ਜਿੱਤੀਆਂ ਸੀ। ਲੇਕਿਨ ਬਦਕਿਸਮਤੀ ਦੇ ਨਾਲ ਮੁਜੀਬੁਰ ਰਹਿਮਾਨ ਨੂੰ ਹਕੂਮਤ ਨਹੀਂ ਦਿੱਤੀ, ਜਿਹਦੀ ਵਜ੍ਹਾ ਤੋਂ ਬੰਗਲਾਦੇਸ਼ ਦੇ ਵਿੱਚ ਦੰਗੇ ਫਸਾਦ ਸ਼ੁਰੂ ਹੋ ਗਏ ਸੀ। ਇਸ ਵਜ੍ਹਾ ਤੋਂ ਇੰਡੀਆ ਨੇ 1971 ਦੇ ਵਿੱਚ ਬੰਗਲਾਦੇਸ਼ 'ਤੇ ਹਮਲਾ ਕਰਤਾ ਸੀ ਤੇ ਉਹ ਆਪਣਾ ਹਿੱਸਾ ਜਿਹੜਾ ਸੀ ਮਸ਼ਰਕੀ ਪਾਕਿਸਤਾਨ ਬੰਗਲਾਦੇਸ਼ ਬਣ ਗਿਆ ਸੀ, ਪਾਕਿਸਤਾਨ ਤੋਂ ਅਲੱਗਾ ਹੋ ਗਿਆ। ਪਾਕਿਸਤਾਨ ਦਾ ਜਦੋਂ 2 ਟੁਕੜੇ ਹੋ ਗਏ, ਇਸ ਵਜ੍ਹਾ ਤੋਂ ਪਾਕਿਸਤਾਨ ਨਹੀਂ ਸੰਭਲ ਸਕਿਆ। ਕੁਝ ਹਕੂਮਤਾਂ ਦੀ ਬੇਹੱਸੀ ਵੀ ਸੀ ਕਿ ਕੋਈ ਵੀ ਵਜ਼ੀਰ ਆਜ਼ਮ 5 ਸਾਲ ਤੱਕ ਲਗਾਤਾਰ ਹਕੂਮਤ ਨਹੀਂ ਕਰ ਪਾਇਆ, ਹਜੇ ਤੱਕ ਨਹੀਂ ਕਰ ਪਾਇਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਾਕਿਸਤਾਨ ਨੂੰ ਬਣੇ ਨੂੰ 1947 ਤੋਂ ਅੱਜ ਤੱਕ 75-76 ਸਾਲ ਹੋ ਗਏ ਆ, ਲੇਕਿਨ ਪਾਕਿਸਤਾਨ ਦਾ ਕੋਈ ਇੱਕ ਵਜ਼ੀਰ ਆਜ਼ਮ ਵੀ 5 ਸਾਲ ਤੱਕ ਹਕੂਮਤ ਨਹੀਂ ਕਰ ਸਕਿਆ। ਇੰਡੀਆ ਦੇ ਵਿੱਚ ਕਦੀ ਵੀ ਮਾਰਸ਼ਲ ਲਾ ਨਹੀਂ ਲੱਗਾ। 1947 ਤੋਂ ਲੈ ਕੇ ਹੁਣ ਤੱਕ ਇੰਡੀਆ ਦੇ ਵਿੱਚ ਇੰਤਖਾਬਾਤ ਹੀ ਹੁੰਦੇ ਪਏ ਆ। ਜਵਾਹਰ ਲਾਲ ਨਹਿਰੂ ਜਿਹੜੇ ਸੀ ਉਹ ਲਗਾਤਾਰ 2 ਵਾਰੀ ਵਜ਼ੀਰ ਆਜ਼ਮ ਬਣੇ ਸੀ ਇੰਡੀਆ ਦੇ ਵਿੱਚ। ਉਸ ਤੋਂ ਬਾਅਦ 'ਚ ਹੁਣ ਦੇਖ ਲਓ ਤੁਸੀਂ, ਨਰਿੰਦਰ ਮੋਦੀ ਹੈ ਜਿਹੜਾ ਇੰਡੀਆ ਦੇ ਵਿੱਚ ਲਗਾਤਾਰ 2 ਵਾਰੀ ਵਜ਼ੀਰ ਆਜ਼ਮ ਬਣ ਚੁੱਕਿਆ ਵਾ। ਹੁਣ ਦੇਖਿਆ ਤਾਂ ਇਹ ਜਾ ਰਿਹਾ ਵਾ ਕਿ ਉਹ ਤੀਸਰੀ ਵਾਰੀ ਵੀ ਸ਼ਾਇਦ ਵਜ਼ੀਰ ਆਜ਼ਮ ਬਣ ਜੇ, ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਇੰਡੀਆ ਨੇ ਬਹੁਤ ਤੇਜ਼ੀ ਦੇ ਨਾਲ ਤਰੱਕੀ ਕੀਤੀ ਆ। ਨਰਿੰਦਰ ਮੋਦੀ ਦੀ ਕਿਆਦਤ ਦੇ ਵਿੱਚ ਇੰਡੀਆ ਬਹੁਤ ਅੱਗੇ ਨਿਕਲ ਗਿਆ ਵਾ। ਤੁਸੀਂ ਕਦੀ ਸੁਣਿਆ ਕਿ ਪਾਕਿਸਤਾਨ ਦੇ ਵਿੱਚ ਕੋਈ ਕਿਸੇ ਦੂਸਰੇ ਮੁਲਕ ਦਾ ਕੋਈ ਲੀਡਰ ਆਇਆ ਹੋਵੇ ਇੱਥੇ ਸਰਮਾਇਆਕਾਰੀ ਕਰਨ ਵਾਸਤੇ? ਤੁਸੀਂ ਸੁਣਿਆ ਹੋਵੇ ਕਿ ਦੁਬਈ ਦਾ ਸ਼ਹਿਜ਼ਾਦਾ ਆਇਆ ਹੋਵੇ, ਜਾਂ ਬਰਤਾਨੀਆ ਦਾ ਕੋਈ ਆਇਆ ਹੋਵੇ, ਜਾਂ ਫਰਾਂਸ ਦਾ ਕੋਈ ਆਇਆ ਹੋਵੇ, ਜਾਂ ਈਰਾਨ ਦਾ ਆਇਆ ਹੋਵੇ? ਈਰਾਨ ਤੇ ਆਪਣਾ ਹਮਸਾਇਆ ਮੁਲਕ ਵਾ, ਉੱਥੋਂ ਵੀ ਨਹੀਂ ਹੁੰਦੇ। ਇਰਾਕ ਦਾ ਆਇਆ ਹੋਵੇ, ਕੁਵੈਤ ਦਾ ਆਇਆ ਹੋਵੇ, ਕਤਰ ਦਾ ਆਇਆ ਹੋਵੇ, ਕੋਈ ਨਹੀਂ ਹੁੰਦਾ। ਲੇਕਿਨ ਇਹ ਸਾਰੇ ਜਿਹੜੇ ਹੁਕਮਰਾਨ ਆ ਦੂਜੇ ਮੁਲਕਾਂ ਦੇ, ਉਹ ਇੰਡੀਆ 'ਚ ਜਾਂਦੇ ਪਏ ਆ। ਤੁਸੀਂ ਯਕੀਨ ਨਹੀਂ ਕਰਨਾ, ਵਾਕਈ ਉਹ ਇੰਡੀਆ 'ਚ ਜਾਂਦੇ ਪਏ ਆ। ਆਪਣੇ ਕੋਲੋਂ ਲੰਘ ਕੇ ਇੰਡੀਆ 'ਚ ਜਾ ਰਹੇ ਆ, ਇੰਡੀਆ 'ਚ ਉਹ ਸਰਮਾਇਆਕਾਰੀ ਕਰਦੇ ਪਏ ਆ। ਲੇਕਿਨ ਪਾਕਿਸਤਾਨ ਦੇ ਵਿੱਚ ਆਪਣੇ ਮੁਸਲਿਮ ਮਮਾਲਕ ਜਿਹੜੇ ਆ ਉਹ ਵੀ ਸਹੀ ਤਰ੍ਹਾਂ ਸਰਮਾਇਆਕਾਰੀ ਨਹੀਂ ਕਰਦੇ ਪਏ। ਦੁਬਈ ਦੇ ਸ਼ਹਿਜ਼ਾਦੇ ਜਿਹੜੇ ਆ ਇੰਡੀਆ ਦੇ ਵਿੱਚ ਜਾ ਕੇ ਸਰਮਾਇਆਕਾਰੀਆਂ ਕਰਦੇ ਪਏ ਆ, ਲੇਕਿਨ ਪਾਕਿਸਤਾਨ ਦੇ ਵਿੱਚ ਉਹ ਸਰਮਾਇਆਕਾਰੀ ਨਹੀਂ ਕਰਦੇ ਪਏ, ਕਿਉਂਕਿ ਆਪਣਾ ਮੁਲਕ ਇੰਡੀਆ ਦੀ ਨਿਸਬਤ ਬਹੁਤ ਥੱਲੇ ਚਲਾ ਗਿਆ ਵਾ। ਪਾਕਿਸਤਾਨ ਦੀ ਨਿਸਬਤ ਇੰਡੀਆ ਬਹੁਤ ਅੱਗੇ ਨਿਕਲ ਗਿਆ ਵਾ। ਅੱਲਾ ਕਰੇ ਕਿ ਯਾਰ ਆਪਣੇ ਮੁਲਕ ਪਾਕਿਸਤਾਨ ਦੇ ਹਾਲਾਤ ਵੀ ਸਹੀ ਹੋਣ। ਆਪਣੀ ਤਾਂ ਇਹੀ ਖਵਾਇਸ਼ ਆ ਕਿ ਆਪਣਾ ਮੁਲਕ ਪਾਕਿਸਤਾਨ ਦੇ ਹਾਲਾਤ ਵੀ ਸਹੀ ਹੋਣ, ਇੱਥੇ ਵੀ ਕੋਈ ਅੱਛਾ ਹੁਕਮਰਾਨ ਆਵੇ ਤੇ ਮੁਲਕ ਦੇ ਹਾਲਾਤ ਸਹੀ ਕਰੇ। ਲੇਕਿਨ ਬਹੁਤ ਮੁਸ਼ਕਲ ਆ ਯਾਰ, ਆਪਣੇ ਪਾਕਿਸਤਾਨ ਦੀ ਕਿਸਮਤ ਪਤਾ ਨਹੀਂ ਕਦੋਂ ਸੰਵਰੇਗੀ। ਅੱਲਾ ਕਰੇ ਕਿ ਪਾਕਿਸਤਾਨ ਦੀ ਵਾਸਤੇ ਵੀ ਬਿਹਤਰੀ ਹੋਵੇ, ਪਾਕਿਸਤਾਨ ਵੀ ਇੱਕ ਅੱਛਾ ਮੁਲਕ ਬਣ ਸਕੇ, ਏਸ਼ੀਅਨ ਟਾਈਗਰ ਬਣ ਸਕੇ। ਏਸ਼ੀਅਨ ਟਾਈਗਰ ਦੇ ਆਪਾਂ ਨਾਅਰੇ ਤੇ ਬਹੁਤ ਸੁਣਦੇ ਹਾਂ, ਲੇਕਿਨ ਹਜੇ ਤੱਕ ਪਾਕਿਸਤਾਨ ਏਸ਼ੀਅਨ ਟਾਈਗਰ ਤੇ ਨਹੀਂ ਬਣਿਆ। ਇੰਡੀਆ ਤੇ ਬਹੁਤ ਅੱਗੇ ਨਿਕਲ ਗਿਆ ਵਾ। ਦੋਸਤੋ ਖੈਰ ਤੁਸੀਂ ਇਸ ਬਾਰੇ ਕੀ ਕਹਿੰਦੇ ਆ, ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ।